चैप्टर नंबर 5 कर रहे हैं 7th क्लास का 6th ਦਾ ਚੈਪਟਰ ਨੰਬਰ 5 ਜੈਂਡਰ ਐਂਡ ਇਨਇਕੁਐਲਿਟੀਜ਼। ਅਸੀਂ ਪਿਛਲੀ ਆਨਲਾਈਨ ਕਲਾਸ ਦੇ ਵਿੱਚ ਜਿਹੜਾ ਹੈ ਜੈਂਡਰ ਰੋਲ ਡਿਸਕਸ ਕੀਤਾ ਫਸਟ ਚੈਪਟਰ ਦੇ ਮਤਲਬ ਫਸਟ ਪਾਰਟ ਦੇ ਵਿੱਚ ਜੈਂਡਰ ਰੋਲ ਜਿਹੜਾ ਆਲਰੇਡੀ ਆਨਲਾਈਨ ਕਲਾਸ ਦੇ ਵਿੱਚ ਅਸੀਂ ਡਿਸਕਸ ਕਰ ਲਿਆ ਹੈ। ਹੁਣ ਅਸੀਂ ਨੈਕਸਟ ਟੌਪਿਕ ਜਿਹੜਾ ਹੈ ਜੈਂਡਰ ਇਨਇਕੁਐਲਿਟੀ ਉਹ ਡਿਸਕਸ ਕਰਾਂਗੇ ਕਿ ਮੇਲ ਫੀਮੇਲ ਦੇ ਵਿੱਚ ਜਿਹੜੀ ਇਨਇਕੁਐਲਿਟੀ ਹੈ ਉਹ ਕੀ ਹੈ। ਮਤਲਬ ਮੇਲ ਤੇ ਫੀਮੇਲ ਨੂੰ ਬਹੁਤ ਸਾਰੇ ਲੋਕ ਹਿੰਦੁਸਤਾਨ ਦੇ ਵਿੱਚ ਬਰਾਬਰ ਨਹੀਂ ਸਮਝਦੇ, ਹਾਲਾਂਕਿ ਸੰਵਿਧਾਨ ਦੇ ਰਾਹੀਂ ਮੇਲ ਤੇ ਫੀਮੇਲ ਬਰਾਬਰ ਮੰਨੇ ਗਏ ਨੇ, ਇਕੁਅਲ ਮੰਨੇ ਗਏ ਨੇ, ਲੇਕਿਨ ਫਿਰ ਵੀ ਕੁਝ ਪਿਛਾਂਹ ਖਿੱਚੂ ਲੋਕ ਜਿਹੜੇ ਨੇ, ਬੈਕਵਰਡ ਲੋਕ ਜਿਹੜੇ ਨੇ, ਉਹ ਫੀਮੇਲ ਨੂੰ ਮੇਲ ਨਾਲੋਂ ਘਟੀਆ ਸਮਝਦੇ ਨੇ। ਉਹੀ ਡਿਸਕਸ ਕਰਾਂਗੇ। ਇਨ ਮੈਨੀ ਸੁਸਾਇਟੀਜ਼ ਮੈਨ ਐਂਡ ਵੂਮਨ ਆਰ ਨਾਟ ਓਨਲੀ ਟ੍ਰੀਟਡ ਡਿਫਰੈਂਟਲੀ ਬਟ ਆਲਸੋ ਅਨਇਕੁਅਲੀ। ਬਹੁਤ ਸਾਰੀਆਂ ਸੁਸਾਇਟੀਜ਼ ਵਿੱਚ ਮੇਲ ਤੇ ਫੀਮੇਲ ਨੂੰ ਇਕੁਅਲ ਨਹੀਂ ਸਮਝਿਆ ਜਾਂਦਾ ਔਰ ਅਨਇਕੁਅਲ ਟ੍ਰੀਟਮੈਂਟ ਜਿਹੜਾ ਹੈ ਦਿੱਤਾ ਜਾਂਦਾ ਹੈ ਜੈਂਡਰ ਬੇਸ ਦੇ ਉੱਪਰ ਅਲੱਗ-ਅਲੱਗ ਸੁਸਾਇਟੀਜ਼ ਦੇ ਵਿੱਚ। ਇਟ ਕੈਨ ਆਲਸੋ ਬੀ ਡਿਫਰੈਂਟ ਇਨ ਡਿਫਰੈਂਟ ਸੈਕਸ਼ਨਸ ਆਫ ਐਨੀ ਗਿਵਨ ਸੁਸਾਇਟੀ। Usually the forms change over time in a number of societies including the present Indian society. Women face discrimination in many matters। ਔਰ ਹਿੰਦੁਸਤਾਨ ਦੇ ਵਿੱਚ ਵੀ ਅੱਜ ਦੇ ਸਮੇਂ ਵੀ ਔਰਤਾਂ ਦੇ ਨਾਲ ਕਈ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਵਿਤਕਰੇ ਹੁੰਦੇ ਨੇ ਕਈ ਮਾਮਲਿਆਂ ਦੇ ਵਿੱਚ। ਸਮ ਆਫ ਥੀਸ ਮੈਟਰਸ ਆਰ ਜਿਵੇਂ ਹੈਲਥ ਕੇਅਰ ਹੋ ਗਈ, ਐਜੂਕੇਸ਼ਨ ਹੋ ਗਈ, ਡਿਸੀਜ਼ਨ ਮੇਕਿੰਗ ਹੋ ਗਿਆ, ਇਕਨੋਮਿਕ ਫਰੀडम ਹੋ ਗਿਆ। ਹਿੰਦੁਸਤਾਨ ਦੇ ਵਿੱਚ ਵੀ ਕੁਝ ਲੋਕ ਨੇ ਜਿਹੜੇ ਕਿ ਔਰਤਾਂ ਨੂੰ ਪ੍ਰੋਪਰ ਹੈਲਥ ਕੇਅਰ ਨਹੀਂ ਪ੍ਰੋਵਾਈਡ ਕਰਦੇ, ਨਾ ਉਹਨਾਂ ਨੂੰ ਅੱਛੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਨਾ ਹੀ ਉਹਨਾਂ ਨੂੰ ਘਰ ਦੇ ਵਿੱਚ ਕੋਈ ਮੇਨ ਡਿਸੀਜ਼ਨ ਲੈਣ ਲੱਗਿਆਂ ਪੁੱਛਿਆ ਜਾਂਦਾ ਹੈ, ਨਾ ਹੀ ਉਹਨਾਂ ਨੂੰ ਕੋਈ ਇਕਨੋਮਿਕ ਫਰੀडम ਹੈ। ਕਈ ਲੋਕ ਜਿਹੜੇ ਨੇ ਆਪਣੀਆਂ ਲੜਕੀਆਂ ਨੂੰ ਕੋਈ ਜੋਬ ਨਹੀਂ ਕਰਨ ਦਿੰਦੇ। ਸੋ ਅਸੀਂ ਡਿਸਕਸ ਕਰਾਂਗੇ ਹੈਲਥ ਕੇਅਰ ਦੇ ਵਿੱਚ ਕਿਵੇਂ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਫੀਮੇਲ ਦੇ ਨਾਲ, ਲੜਕੀਆਂ ਦੇ ਨਾਲ। ਇਨ ਸਮ ਸੁਸਾਇਟੀਜ਼ ਦਾ ਹੈਲਥ ਆਫ ਵੂਮਨ ਇਜ਼ ਨੈਗਲੈਕਟਡ। ਕੁਝ ਸਮਾਜਾਂ ਦੇ ਵਿੱਚ, ਕੁਝ ਏਰੀਆਜ਼ ਵਿੱਚ ਔਰਤਾਂ ਦੀ ਸਿਹਤ ਦਾ ਧਿਆਨ ਨਹੀਂ ਰੱਖਿਆ ਜਾਂਦਾ। ਆਫਨ ਵੂਮਨ ਆਰ ਨਾਟ ਗਿਵਨ ਪ੍ਰੋਪਰ ਐਂਡ ਟਾਈਮਲੀ ਮੈਡੀਕਲ ਕੇਅਰ। ਅਕਸਰ ਔਰਤਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ। ਸਮਟਾਈਮਸ ਦੇ ਆਰ ਨਾਟ ਈਵਨ ਗਿਵਨ ਇਨਫ ਫੂਡ। ਕਈ ਵਾਰ ਉਹਨਾਂ ਨੂੰ ਪੂਰਾ ਖਾਣਾ ਨਹੀਂ ਦਿੱਤਾ ਜਾਂਦਾ ਪਰਿਵਾਰ ਦੇ ਵਿੱਚ। ਐਜ਼ ਅ ਰਿਜ਼ਲਟ ਲਾਰਜ ਨੰਬਰ ਆਫ ਵੂਮਨ ਡਾਈ। ਸੋ ਨਤੀਜੇ ਵਜੋਂ ਬਹੁਤ ਸਾਰੀਆਂ ਔਰਤਾਂ ਮਰ ਜਾਂਦੀਆਂ ਨੇ। ਹੈਂਸ ਇਨ ਸੱਚ ਸੁਸਾਇਟੀਜ਼ ਦੇਰ ਆਰ ਕੰਸੀਡਰੇਬਲੀ ਫਿਊਅਰ ਵੂਮਨ ਦੈਨ ਮੈਨ। ਸੋ ਐਸੇ ਸਮਾਜ ਦੇ ਵਿੱਚ ਔਰਤਾਂ ਦੀ ਗਿਣਤੀ ਘੱਟ ਜਾਂਦੀ ਹੈ ਮਰਦਾਂ ਨਾਲ। ਹਿੰਦੁਸਤਾਨ ਦੀ ਅਗਰ ਅਸੀਂ ਗੱਲ ਕਰ ਲਈਏ, ਦੇਰ ਆਰ ਅਬਾਊਟ 933 ਵੂਮਨ ਫॉर ਐਵਰੀ 1000 ਮੈਨ। 1000 ਬੰਦਿਆਂ ਦੇ ਪਿੱਛੇ ਸਿਰਫ 933 ਔਰਤਾਂ ਨੇ। ਸੋ ਔਰਤਾਂ ਦਾ ਨੰਬਰ ਮਰਦਾਂ ਨਾਲੋਂ ਕਾਫੀ ਘੱਟ ਹੈ। ਇੰਡੀਅਨ ਸੁਸਾਇਟੀ ਦੇ ਵਿੱਚ ਜਿਹੜੀਆਂ ਗਰਲ ਚਿਲਡਰਨ ਨੇ, ਲੜਕੀਆਂ ਨੇ, ਉਹਨਾਂ ਨੂੰ ਨਿਗਲੈਕਟ ਕੀਤਾ ਜਾਂਦਾ ਹੈ ਬਿਕਾਜ਼ ਪੇਰੈਂਟਸ ਪ੍ਰੈਫਰ ਟੂ ਹੈਵ ਮੇਲ ਚਿਲਡਰਨ। ਕਿਉਂਕਿ ਪੇਰੈਂਟਸ ਜਿਹੜੇ ਨੇ, ਕਈ ਪੇਰੈਂਟਸ ਜਿਹੜੇ ਅਨਪੜ੍ਹ ਪੇਰੈਂਟਸ ਨੇ, ਉਹ ਚਾਹੁੰਦੇ ਨੇ ਕਿ ਉਹਨਾਂ ਦੇ ਘਰ ਲੜਕਾ ਹੀ ਹੋਣਾ ਚਾਹੀਦਾ ਹੈ। Sometimes girl children are even killed because they are not wanted. This is called female infanticide। ਕਈ ਵਾਰੀ ਕੀ ਹੁੰਦਾ ਹੈ, ਕਈ ਲੋਕ ਜਿਹੜੇ ਨੇ, ਅਨਪੜ੍ਹ ਲੋਕ ਜਾਂ ਬੁਰੇ ਲੋਕ ਜਿਹੜੇ ਨੇ, ਉਹ ਬੱਚੀ ਨੂੰ, ਛੋਟੀ ਬੱਚੀ ਨੂੰ ਹੀ ਮਾਰ ਦਿੰਦੇ ਨੇ ਕਿਉਂਕਿ ਉਹ ਫੀਮੇਲ ਹੁੰਦੀ ਹੈ। ਸੋ ਐਸੀ ਪ੍ਰੈਕਟਿਸ ਨੂੰ ਫੀਮੇਲ ਇਨਫੈਂਟੀਸਾਈਡ ਕਹਿੰਦੇ ਨੇ, ਜੋ ਕਿ ਬਹੁਤ ਹੀ ਗਲਤ ਗੱਲ ਹੈ। The health of women also affects the health of the children they bear। Children, including male children born by an unhealthy woman, are unlikely to be healthy। ਸੋ ਕਹਿੰਦਾ ਕਿ ਅਗਰ ਮਾਂ ਜਿਹੜੀ ਹੈ ਉਹ ਸਿਹਤਮੰਦ ਨਹੀਂ ਹੋਏਗੀ ਤਾਂ ਉਹਦੇ ਬੱਚੇ ਵੀ ਸਿਹਤਮੰਦ ਨਹੀਂ ਹੋਣਗੇ। ਸੋ ਮਾਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਸੋ men too are indirectly harmed if women are not given proper health care। ਸੋ ਅਗਰ ਮੈਨ ਜਿਹੜੇ ਨੇ ਉਹ ਔਰਤਾਂ ਨੂੰ ਹੈਲਥ ਕੇਅਰ ਨਹੀਂ ਦਿੰਦੇ, ਪ੍ਰੋਪਰ ਇਲਾਜ ਨਹੀਂ ਕਰਾਉਂਦੇ ਉਹਨਾਂ ਦਾ, ਜਾਂ ਉਹਨਾਂ ਨੂੰ ਪ੍ਰੋਪਰ ਖਾਣਾ ਨਹੀਂ ਦਿੰਦੇ, ਤਾਂ ਇਹਦਾ ਅਸਰ ਮੈਨ ਦੇ ਉੱਪਰ, ਮੇਲ ਦੇ ਉੱਪਰ ਵੀ ਪਏਗਾ। ਨੈਕਸਟ ਹੈ ਐਜੂਕੇਸ਼ਨ। ਸਿੱਖਿਆ ਦੇ ਮਾਮਲੇ ਦੇ ਵਿੱਚ ਔਰਤਾਂ ਦੇ ਨਾਲ ਕਿਵੇਂ ਡਿਸਕ੍ਰਿਮੀਨੇਸ਼ਨ ਹੁੰਦਾ ਹੈ। ਇਹਦਾ ਸਮ ਸੁਸਾਇਟੀਜ਼ ਦੇ ਵਿੱਚ ਕੀ ਹੁੰਦਾ ਹੈ ਕਿ ਔਰਤਾਂ ਦੀ ਐਜੂਕੇਸ਼ਨ ਜਿਹੜੀ ਹੈ ਇੰਪੋਰਟੈਂਟ ਨਹੀਂ ਮੰਨੀ ਜਾਂਦੀ, ਸਿਰਫ ਮੈਨ ਦੀ ਐਜੂਕੇਸ਼ਨ ਹੀ ਇੰਪੋਰਟੈਂਟ ਸਮਝਦੇ ਕੁਝ ਲੋਕ। ਇਨ ਦੀਸ ਸੁਸਾਇਟੀਜ਼ ਵੂਮਨ ਆਰ ਐਕਸਪੈਕਟਡ ਟੂ ਸਟੇ ਐਟ ਹੋਮ। ਔਰ ਕੁਝ ਲੋਕ ਐਸੇ ਨੇ ਜੋ ਸੋਚਦੇ ਨੇ ਕਿ ਔਰਤ ਨੂੰ ਸਿਰਫ ਘਰ ਵਿੱਚ ਰਹਿਣਾ ਚਾਹੀਦਾ ਹੈ, ਲੁੱਕ ਆਫਟਰ ਦ ਚਿਲਡਰਨ ਐਂਡ ਡੂ ਹਾਊਸ ਵਰਕ, ਬੱਚਿਆਂ ਦੀ ਦੇਖਭਾਲ ਕਰੇ ਔਰ ਸਿਰਫ ਘਰ ਦਾ ਕੰਮ ਕਰੇ, ਜੋ ਕਿ ਗਲਤ ਹੈ। ਹੈਂਸ ਗਰਲਸ ਆਰ ਨਾਟ ਇਨਕਰੇਜ ਟੂ ਗੋ ਟੂ ਸਕੂਲ। ਈਵਨ ਵੈਨ ਦੇ ਆਰ ਸੈਂਟ ਟੂ ਸਕੂਲ ਦੇ ਆਰ ਆਫਨ ਮੈਰਿਡ ਆਫ ਅਰਲੀ ਐਂਡ ਫੋਰਸ ਟੂ ਬਾਏ ਸਟਾਪ ਸਟੱਡੀ। ਸੋ ਲੜਕੀਆਂ ਨੂੰ ਸਕੂਲ ਨਹੀਂ ਭੇਜਦੇ ਕੁਝ ਲੋਕ, ਔਰ ਉਹਨਾਂ ਦੀ ਜਲਦੀ ਮੈਰਿਜ ਕਰ ਦਿੱਤੀ ਜਾਂਦੀ ਹੈ ਔਰ ਉਹਨਾਂ ਦੀ ਪੜ੍ਹਾਈ ਬੰਦ ਕਰ ਦਿੱਤੀ ਜਾਂਦੀ ਹੈ।
Many girls drop out of school because they are needed at home to help with the housework. Boys and young men get far better opportunities for schooling, higher education and professional training than girls and young women do. ਸੋ ਕੁਛ ਸਮਾਜ ਐਸੇ ਨੇ ਸਾਡੇ ਦੇਸ਼ ਦੇ ਵਿੱਚ ਕਿ ਜਿੱਥੇ ਲੜਕੀਆਂ ਨੂੰ ਸਕੂਲ ਤੋਂ ਪੜ੍ਹਨੋਂ ਹਟਾ ਲਿਆ ਜਾਂਦਾ ਹੈ, ਇਸ ਕਾਰਨ ਕਿ ਉਹਨਾਂ ਨੂੰ ਘਰ ਦੇ ਕੰਮ ਵਿੱਚ ਲਗਾਇਆ ਜਾ ਸਕੇ। ਬॉयज़ ਕੋਲ ਜ਼ਿਆਦਾ ਓਪਰਚੁਨਿਟੀਜ਼ ਹੁੰਦੀਆਂ ਨੇ ਸਕੂਲ ਜਾਣ ਦੀਆਂ, ਕਾਲਜ ਜਾਣ ਦੀਆਂ ਔਰ ਹਾਇਰ ਐਜੂਕੇਸ਼ਨ ਲੈਣ ਦੀਆਂ, ਔਰ ਗਰਲਸ ਨੂੰ ਕਈ ਲੋਕ ਇਹ ਓਪਰਚੁਨਿਟੀ ਨਹੀਂ ਦਿੰਦੇ। ਡ੍ਰੌਪਿੰਗ ਆਊਟ ਆਫ ਸਕੂਲ ਇਜ਼ ਸਪੈਸ਼ਲੀ ਕਾਮਨ ਅਮੰਗ ਦਲਿਤ ਐਂਡ ਟ੍ਰਾਈਬਲ ਗਰਲਸ। ਦਲਿਤ ਸਮਾਜ ਔਰ ਆਦੀਵਾਸੀ ਸਮਾਜ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਉਹ ਲੜਕੀਆਂ ਨੂੰ ਸਕੂਲ ਤੋਂ ਹਟਾ ਲੈਂਦੇ ਨੇ। ਦਿਸ ਕੁਡ ਬੀ ਪਾਰਟਲੀ ਬਿਕਾਜ਼ ਚਿਲਡਰਨ ਬॉयज़ ਐਂਡ ਗਰਲਸ ਅਲਾਈਕ from these communities often face discrimination in school. Also, in many areas where Dalit and tribal populations are high, there are very few schools. The students have to travel long distances to reach school, which may be difficult or unsafe, especially for the girls. So ਇਹ ਡਿਸਕਸ ਕਰ ਰਿਹਾ ਹੈ ਕਿ ਦਲਿਤ ਸਮਾਜ ਦੇ ਜਿਹੜੇ ਲੋਕ ਨੇ, ਚਾਹੇ ਉਹ ਮੁੰਡੇ ਜਾਂ ਕੁੜੀਆਂ ਹੋਣ, ਅਕਸਰ ਉਹਨਾਂ ਦੇ ਨਾਲ ਕਈ ਵਾਰੀ ਜਿਹੜਾ ਹੈ ਸਕੂਲ ਦੇ ਵਿੱਚ ਵੀ ਬੱਚੇ ਡਿਸਕ੍ਰਿਮੀਨੇਸ਼ਨ ਕਰਨ ਲੱਗ ਜਾਂਦੇ ਨੇ। ਔਰ ਕਈ ਵਾਰੀ ਕੁਛ ਦਲਿਤ ਲੋਕ ਐਸੇ ਨੇ ਕਿ ਜਿੱਥੇ ਉਹਨਾਂ ਦੀ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ, ਦਲਿਤ ਜਾਂ ਟਰਾਈਬਲ ਲੋਕ, ਉੱਥੇ ਸਕੂਲ ਘੱਟ ਹੁੰਦੇ ਨੇ ਔਰ ਲੰਬਾ ਡਿਸਟੈਂਸ ਟਰੈਵਲ ਕਰਕੇ ਉਹਨਾਂ ਨੂੰ ਸਕੂਲ ਪਹੁੰਚਣਾ ਪੈਂਦਾ ਹੈ। ਇਸ ਕਰਕੇ ਉਹ ਸਕੂਲ ਜਾਣਾ ਸੇਫ ਨਹੀਂ ਸਮਝਦੇ, ਖਾਸ ਕਰਕੇ ਲੜਕੀਆਂ ਵਾਸਤੇ। ਇਸ ਲਈ ਉਹ ਸਕੂਲ ਤੋਂ ਲੜਕੀਆਂ ਨੂੰ ਹਟਾ ਲੈਂਦੇ ਨੇ। ਇਨ ਇੰਡੀਆ ਵਿਮਨਸ ਐਜੂਕੇਸ਼ਨ ਇਜ਼ ਨਾਓ ਬੀਂਗ ਐਨਕਰੇਜਡ। ਹਿੰਦੁਸਤਾਨ 'ਚ ਹੁਣ ਔਰਤਾਂ ਦੀ ਸਿੱਖਿਆ ਨੂੰ ਇਨਕਰੇਜ ਕੀਤਾ ਜਾ ਰਿਹਾ ਹੈ। ਹਾਊਐਵਰ ਅ ਲਾਰਜ ਪਰਸੈਂਟੇਜ ਆਫ ਇੰਡੀਅਨ ਵਿਮਨ ਆਰ ਇਲਿਟਰੇਟ। ਹਾਲਾਂਕਿ ਅਜੇ ਵੀ ਬਹੁਤ ਸਾਰੀਆਂ ਔਰਤਾਂ ਅਨਪੜ੍ਹ ਨੇ। ਪਰਸੈਂਟੇਜ ਆਫ ਇਲਿਟਰੇਟ ਵਿਮਨ ਇਨ ਇੰਡੀਆ ਇਜ਼ 53.7%। ਹਿੰਦੁਸਤਾਨ ਦੇ ਵਿੱਚ ਪੜ੍ਹੀਆਂ ਲਿਖੀਆਂ ਔਰਤਾਂ ਸਿਰਫ 53.7% ਨੇ, ਬਾਕੀ ਅਨਪੜ੍ਹ ਨੇ। ਜਦੋਂ ਕਿ ਪੜ੍ਹੇ ਲਿਖੇ ਮੈਨ ਦੀ ਜਿਹੜੀ ਨੰਬਰ ਹੈ ਉਹ 75.3% ਹੈ, ਜੋ ਕਿ ਬਹੁਤ ਜ਼ਿਆਦਾ ਹੈ ਔਰਤਾਂ ਦੇ ਮੁਕਾਬਲੇ। However, the situation is much better than it was a few centuries ago. ਹਾਲਾਂਕਿ ਹਾਲਾਤ ਹੁਣ ਸੁਧਰੇ ਨੇ, ਪਹਿਲਾਂ ਇਸ ਤੋਂ ਵੀ ਬੁਰੇ ਹਾਲਾਤ ਹੁੰਦੇ ਸੀ ਔਰਤਾਂ ਵਾਸਤੇ। At that time, very few Indian women could get education. People considered it improper to educate women and girls. ਪੁਰਾਣੇ ਟਾਈਮ ਦੇ ਵਿੱਚ ਲੋਕ ਲੜਕੀ ਨੂੰ ਪੜ੍ਹਾਉਣਾ ਹੀ ਨਹੀਂ ਸੀ ਚਾਹੁੰਦੇ ਹੁੰਦੇ। ਰਾਸ਼ ਸੁੰਦਰੀ ਦੇਵੀ, probably the first Indian woman to write an autobiography, learned to read and write in secret. ਸੋ ਇੱਕ ਮਹਾਨ ਔਰਤ ਹੋਈ ਹੈ ਰਾਸ਼ ਸੁੰਦਰੀ ਦੇਵੀ। ਉਹਦੇ ਘਰਦਿਆਂ ਨੂੰ ਪੜ੍ਹਾਉਣਾ ਨਹੀਂ ਸੀ ਚਾਹੁੰਦੇ ਔਰ ਉਹਨੇ ਲੁੱਕ ਕੇ, ਆਪਣੇ ਘਰਦਿਆਂ ਤੋਂ ਲੁੱਕ ਕੇ ਜਿਹੜਾ ਹੈ ਲਿਖਣਾ ਪੜ੍ਹਨਾ ਸਿੱਖਿਆ ਔਰ ਬਾਅਦ ਵਿੱਚ ਉਹਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ, ਆਪਣੀ ਆਤਮ ਕਥਾ ਲਿਖੀ। ਇਹ ਪਹਿਲੀ ਇੰਡੀਅਨ ਔਰਤ ਸੀ ਜਿਹਨੇ ਕਿ ਆਪਣੀ ਆਟੋਬਾਇਓਗ੍ਰਾਫੀ ਲਿਖੀ ਸੀਗੀ। ਸੋ ਐਸੀ ਬੱਚੀ ਜਿਹਨੇ ਲੁੱਕ ਕੇ ਪੜ੍ਹਾਈ ਸਿੱਖੀ ਔਰ ਬਾਅਦ 'ਚੋਂ ਇੱਕ ਬਹੁਤ ਮਹਾਨ ਕਿਤਾਬ ਲਿਖੀ। ਆਪਣੀ ਬੁੱਕ ਜਿਹਦਾ ਨਾਮ ਅਮਰ ਜੀਬਾਨ ਸੀਗਾ, ਇਸ ਬੁੱਕ ਦੇ ਵਿੱਚ ਉਹਨੇ ਕੀ ਦੱਸਿਆ, ਇਨ ਦਿਸ 19th century bengali housewife has described how she learned to read by matching letters of the alphabet from her son's exercise book with those in a page from a book which she had already secretly hidden away. ਸੋ ਰਸ਼ੁੰਦਰੀ ਦੇਵੀ ਨੇ ਆਪਣੀ ਅਮਰ ਜੀਬਾਨ ਬੁੱਕ ਦੇ ਵਿੱਚ ਲਿਖਿਆ ਹੈ ਕਿ ਉਹਨੇ ਕਿਵੇਂ ਪੜ੍ਹਨਾ ਸਿੱਖਿਆ ਸੀਗਾ। ਉਹ ਕਹਿੰਦੀ ਹੈ ਕਿ ਉਹਦੇ ਬੇਟੇ ਦੀ ਜਿਹੜੀ ਨੋਟਬੁੱਕ ਹੁੰਦੀ ਸੀਗੀ ਉਹਦੇ ਵਿੱਚ ਅਲਫਾਬੈਟ ਲਿਖੇ ਹੁੰਦੇ ਸੀ ਜਿਹੜੇ ਕਿ ਉਹਨੂੰ ਆਉਂਦੇ ਸੀਗੇ, ਉਹਨੇ ਆਪਣੇ ਬੱਚੇ ਕੋਲੋਂ ਸਿੱਖੇ ਸੀ। ਫਿਰ ਉਹਨਾਂ ਨੋਟਬੁੱਕਸ, ਉਸ ਨੂੰ ਬੱਚੇ ਦੀ ਨੋਟਬੁੱਕਸ ਦੇ ਅਲਫਾਬੈਟਸ ਨੂੰ ਆਪਣੀ ਲੁਕਾਈ ਹੋਈ ਬੁੱਕ ਦੇ ਅਲਫਾਬੈਟਸ ਨਾਲ ਮੈਚ ਕਰਕੇ ਉਹਨੇ ਪੜ੍ਹਨਾ ਸਿੱਖਿਆ ਸੀ ਔਰ ਬੁੱਕ ਨੂੰ ਪੜ੍ਹਦੀ ਸੀਗੀ। ਇਨ ਦੀ 19th century there were several social reform movements in India. 19th century ਦੇ ਵਿੱਚ ਬਹੁਤ ਸਾਰੀਆਂ ਸੋਸ਼ਲ ਰਿਫੋਰਮ ਮੂਵਮੈਂਟਸ ਚੱਲੀਆਂ ਇੰਡੀਆ ਦੇ ਵਿੱਚ, ਸਮਾਜ ਨੂੰ ਸੁਧਾਰਨ ਵਾਸਤੇ ਅੰਦੋਲਨ ਚੱਲੇ ਕੁਛ। ਦ ਰਿਫੋਰਮਰਸ ਇਨਕਰੇਜਡ ਵਿਮਨਸ ਐਜੂਕੇਸ਼ਨ। ਇਹਨਾਂ ਸਮਾਜ ਸੁਧਾਰਕਾਂ ਨੇ ਔਰਤਾਂ ਦੀ ਐਜੂਕੇਸ਼ਨ ਵਾਸਤੇ ਜ਼ੋਰ ਪਾਇਆ। ਅਮੰਗ ਦ ਰਿਫੋਰਮਰਸ ਵਾਜ਼ ਪੰਡਿਤਾ ਰਾਮਾਬਾਈ। ਐਸੀ ਇੱਕ ਔਰਤ ਪੰਡਿਤਾ ਰਾਮਾਬਾਈ ਸੀ ਜੋ ਸੋਸ਼ਲ ਰਿਫੋਰਮਰ ਬਣੀ ਔਰਤ ਸੀਗੀ ਇੱਕ। ਸ਼ੀ ਰਿਸੀਵਡ ਐਜੂਕੇਸ਼ਨ ਐਟ ਹੋਮ ਐਂਡ ਬਿਕੇਮ ਅ ਸੰਸਕ੍ਰਿਤ ਸਕੋਲਰ। ਘਰ ਦੇ ਵਿੱਚ ਹੀ ਇਹਨੇ ਪੜ੍ਹਾਈ ਪ੍ਰਾਪਤ ਕੀਤੀ ਔਰ ਸੰਸਕ੍ਰਿਤ ਦੀ ਵਿਦਵਾਨ ਬਣ ਗਈ। ਦਿਸ ਵਾਜ਼ ਅ ਰੇਅਰ ਅਚੀਵਮੈਂਟ ਫॉर ਅ ਵੂਮਨ ਆਫ ਦੋਜ਼ ਟਾਈਮਸ। ਉਸ ਟਾਈਮ 'ਤੇ ਕੋਈ ਵੀ ਔਰਤ ਐਸਾ ਕਰਨ ਵਾਲੀ ਬਹੁਤ ਘੱਟ ਸੀ। ਰਾਮਾਬਾਈ ਸੈਟ ਅਪ ਦ ਮੁਕਤੀ ਮਿਸ਼ਨ ਐਟ ਖੇਡਗਾਉਂ ਨੀਅਰ ਪੂਨੇ। ਪੰਡਿਤਾ ਰਾਮਾਬਾਈ ਨੇ ਇੱਕ ਮੁਕਤੀ ਮਿਸ਼ਨ ਚਲਾਇਆ ਖੇਡਗਾਉਂ ਦੇ ਵਿੱਚ, ਪੂਨੇ ਦੇ ਪਾਸ। Here widows and poor women were given education and taught various skills so that they could earn a livelihood. ਇਸ ਮੁਕਤੀ ਮਿਸ਼ਨ ਦੇ ਵਿੱਚ ਵਿਧਵਾਵਾਂ ਨੂੰ
ਜਿਨ੍ਹਾਂ ਦੇ ਪਤੀ ਮਰ ਗਏ ਹੁੰਦੇ ਸੀ, ਔਰ ਗਰੀਬ ਔਰਤਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਔਰ ਕਈ ਤਰ੍ਹਾਂ ਦੀਆਂ ਸਕਿੱਲਸ ਸਿਖਾਈਆਂ ਜਾਂਦੀਆਂ ਸੀਗੀਆਂ ਤਾਂ ਕਿ ਉਹ ਰੋਜ਼ੀ ਰੋਟੀ ਕਮਾ ਸਕਣ। ਸਮ ਆਫ ਦ ਸਕਿੱਲਸ ਟੌਟ ਵਰ ਫਾਰਮਿੰਗ। ਕਿਹੜੀਆਂ ਸਕਿੱਲਸ ਉੱਥੇ ਸਿਖਾਉਂਦੇ ਸੀ? ਫਾਰਮਿੰਗ, ਖੇਤੀ ਕਰਨੀ, ਵੀਵਿੰਗ, ਕੱਪੜਾ ਬਣਾਉਣਾ, ਕਾਰਪੈਂਟਰੀ, ਤਰਖਾਣ ਦਾ ਕੰਮ, ਰਨਿੰਗ ਪ੍ਰਿੰਟਿੰਗ ਪ੍ਰੈਸ ਚਲਾਉਣੀ। ਇਹ ਮਿਸ਼ਨ ਜਿਹੜਾ ਅਜੇ ਵੀ ਉਸੇ ਤਰ੍ਹਾਂ ਹੀ ਹੈ ਔਰ ਇੱਥੇ ਅਜੇ ਵੀ ਗਰੀਬ ਔਰਤਾਂ ਨੂੰ ਕੰਮ ਸਿਖਾਇਆ ਜਾਂਦਾ ਹੈ। ਅਨਦਰ ਚੈਂਪੀਅਨ ਆਫ ਜੈਂਡਰ ਇਨ ਇਕੁਐਲਿਟੀ ਵਾਜ਼ ਰੁਕਈਆ ਸ਼ਖਾਵਤ ਹੁਸੈਨ। ਇੱਕ ਹੋਰ ਔਰਤ ਐਸੀ ਸੀਗੀ ਰੁਕਈਆ ਸ਼ਖਾਵਤ ਹੁਸੈਨ ਜਿਹਨੇ ਕਿ ਔਰਤਾਂ ਦੀ ਬਰਾਬਰੀ ਦੀ ਗੱਲ ਕੀਤੀ। ਐਜੂਕੇਟਿਡ ਇਨ ਉਰਦੂ, ਸ਼ੀ ਲਰਨਡ ਬੰਗਾਲੀ ਐਂਡ ਇੰਗਲਿਸ਼ ਵਿਦ ਦ ਹੈਲਪ ਆਫ ਹਰ ਐਲਡਰ ਬ੍ਰਦਰ ਐਂਡ ਸਿਸਟਰ। ਇਹਨੇ ਪਹਿਲਾਂ ਉਰਦੂ ਦੀ ਐਜੂਕੇਸ਼ਨ ਲਈ ਸੀਗੀ, ਬਾਅਦ ਵਿੱਚ ਇਹਨੇ ਬੰਗਾਲੀ ਅਤੇ ਇੰਗਲਿਸ਼ ਆਪਣੇ ਵੱਡੇ ਭਰਾ ਅਤੇ ਭੈਣ ਤੋਂ ਸਿੱਖੀ। ਲੇਟਰ ਇਨਕਰੇਜਡ ਬਾਈ ਹਰ ਹਸਬੈਂਡ ਸ਼ੀ ਬਿਕੇਮ ਐਨ ਆਥਰ। ਬਾਅਦ 'ਚ ਆਪਣੇ ਪਤੀ ਦੀ ਪ੍ਰੇਰਨਾ ਦੇ ਨਾਲ ਇੱਕ ਲੇਖਕ ਬਣ ਗਈ। ਸ਼ੀ ਰੋਟ ਅ ਸਟੋਰੀ ਕਾਲਡ ਸੁਲਤਾਨਾਜ਼ ਡ੍ਰੀਮ। ਉਹਨੇ ਇੱਕ ਕਹਾਣੀ ਲਿਖੀ ਸੀਗੀ ਸੁਲਤਾਨਾ ਦਾ ਸੁਪਨਾ। ਇਸ ਕਹਾਣੀ 'ਚ ਕੀ ਸੀਗਾ? ਇੱਕ ਇਮੈਜੀਨਰੀ ਲੈਂਡ, ਇੱਕ ਕਾਲਪਨਿਕ ਦੁਨੀਆ ਬਾਰੇ ਸੀਗੀ, ਇੱਕ ਇਮੈਜੀਨੇਸ਼ਨ ਸੀਗੀ ਇਹਦੇ ਵਿੱਚ ਕੀਤੀ ਉਹਨੇ, ਜਿਹਦੇ 'ਚ ਜੈਂਡਰ ਰੋਲ ਰਿਵਰਸ ਕਰ ਦਿੱਤੇ ਗਏ। ਮਤਲਬ ਇਸ ਕਹਾਣੀ ਦੇ ਵਿੱਚ ਔਰਤਾਂ ਨੂੰ ਮਰਦਾਂ ਵਾਲੇ ਕੰਮ ਦਿੱਤੇ ਗਏ ਔਰ ਮਰਦਾਂ ਨੂੰ ਔਰਤਾਂ ਵਾਲੇ ਕੰਮ ਦਿੱਤੇ ਗਏ। ਸੋ ਕੀ ਸੀਗਾ ਇਹਦੇ ਵਿੱਚ? ਇਸ ਕਹਾਣੀ ਦੇ ਵਿੱਚ ਬੰਦੇ ਜਿਹੜੇ ਸੀਗੇ ਉਹ ਬਿਲਕੁਲ ਸੈਕਲੂਸ਼ਨ ਵਾਲੀ ਜ਼ਿੰਦਗੀ ਬਤੀਤ ਕਰਦੇ ਸੀਗੇ, ਘਰ ਦੇ ਵਿੱਚ ਇਕਾਂਤਵਾਸ ਰਹਿੰਦੇ ਸੀਗੇ, ਜਿਵੇਂ ਕਿ ਮੁਸਲਮਾਨ ਔਰਤਾਂ ਰਿਐਲਿਟੀ 'ਚ ਰਹਿੰਦੀਆਂ ਸੀਗੀਆਂ, ਔਰ ਬੰਦੇ ਜਿਹੜੇ ਸੀ ਉਹ ਪਰਦਾ ਲਗਾ ਕੇ ਜਿਵੇਂ ਬੁਰਕਾ ਵਗੈਰਾ ਪਾ ਕੇ ਰਹਿੰਦੇ ਸੀਗੇ ਕਹਾਣੀ ਦੇ ਵਿੱਚ। ਔਰ ਔਰਤਾਂ ਕੀ ਕਰਦੀਆਂ ਸੀ? ਉਹ ਬੰਦਿਆਂ ਵਾਲੇ ਕੰਮ ਕਰਦੀਆਂ ਸੀ ਇਸ ਕਹਾਣੀ ਦੇ ਵਿੱਚ। ਔਰ ਔਰਤਾਂ ਜਿਹੜੀਆਂ ਸੀਗੀਆਂ ਉਹ ਪਲੇਨਸ ਵਗੈਰਾ ਉਡਾਉਂਦੀਆਂ ਸੀਗੀਆਂ, ਹਾਲਾਂਕਿ ਉਸ ਟਾਈਮ 'ਤੇ ਪਲੇਨ ਸਿਰਫ ਬੰਦੇ ਉਡਾਉਂਦੇ ਸੀਗੇ। ਸੋ ਰਿਵਰਸ ਕਰ ਦਿੱਤੇ ਇਹਨੇ ਰੋਲ ਕਹਾਣੀ ਦੇ ਵਿੱਚ। ਕਿਹੜੀ ਕਹਾਣੀ? ਸੁਲਤਾਨਾਜ਼ ਡ੍ਰੀਮ। ਰੁਕਈਆ ਸ਼ਖਾਵਤ ਹੁਸੈਨ ਨੇ ਜਿਹੜਾ ਹੈ ਕੀ ਸੈਟਅਪ ਕੀਤਾ? ਸ਼ਖਾਵਤ ਮੈਮੋਰੀਅਲ ਗਰਲਸ ਹਾਈ ਸਕੂਲ ਐਟ ਬਾਗਲਪੁਰ। ਇਹਨੇ ਬਾਗਲਪੁਰ ਦੇ ਵਿੱਚ ਇੱਕ ਸਕੂਲ ਖੋਲ੍ਹਿਆ ਜਿਹਦਾ ਨਾਮ ਸੀ ਸ਼ਖਾਵਤ ਮੈਮੋਰੀਅਲ ਗਰਲਸ ਹਾਈ ਸਕੂਲ। ਕੁੜੀਆਂ ਵਾਸਤੇ ਸਕੂਲ ਖੋਲ੍ਹਿਆ ਗਿਆ। ਦ ਸਕੂਲ ਵਾਜ਼ ਲੇਟਰ ਸ਼ਿਫਟਡ ਟੂ ਕੋਲਕਾਤਾ ਵੇਅਰ ਇਟ ਸਟਿਲ ਐਗਜ਼ਿਸਟ। ਬਾਅਦ ਵਿੱਚ ਇਹ ਸਕੂਲ ਜਿਹੜਾ ਹੈ ਬਾਗਲਪੁਰ ਤੋਂ ਕਲਕੱਤੇ ਸ਼ਿਫਟ ਕਰ ਦਿੱਤਾ ਗਿਆ। ਕਲਕੱਤੇ ਦੇ ਵਿੱਚ ਜਿਹੜਾ ਹੈ ਇਹ ਸਕੂਲ ਅਜੇ ਵੀ ਮੌਜੂਦ ਹੈ ਲੜਕੀਆਂ ਦੇ ਵਾਸਤੇ। ਸੋ ਦੈਟਸ ਆਲ ਫॉर ਟੁਡੇ। ਥੈਂਕ ਯੂ।